ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾ ਅਗਨਿਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਮਨ ਇੱਛਾ ਦਾਨ ਕਰਨੰ, ਸਰਬਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸਹਿ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਹਬ ਰੰਗ ਮਾਣੈ ਜਿਸ ਸੰਗ, ਤੈ ਸਿਉ ਲਾਈਐ ਨੇਹ। ਸੋ ਸਹੁ ਬਿੰਦ ਨ ਬਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹ। ਸਤਿਕਾਰਯੋਗ ਸਾਧ ਸੰਗਤ ਜੀਓ, ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੈ ਸ੍ਰੀ ਕੀ ਵਾਰ ਦੇ ਵਿੱਚ ਇਸ ਸ਼ਲੋਕ ਰਾਹੀਂ ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਕਿ ਹੇ ਭਾਈ, ਅਕਾਲ ਪੁਰਖ ਪ੍ਰਮਾਤਮਾ ਸਾਰੇ ਜੀਆਂ 'ਤੇ ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਸਭ ਨੂੰ ਦਾਨ ਵਿੱਚ ਦਾਤਾਂ ਦਿੰਦਾ ਹੈ। ਅਕਾਲ ਪੁਰਖ ਪ੍ਰਮਾਤਮਾ ਦਾਤਾਂ ਦੇ ਕੇ ਪਛਤਾਉਂਦਾ ਨਹੀਂ। ਇਹ ਮਨੁੱਖ ਦੀ ਫਿਤਰਤ ਹੈ। ਅਕਾਲ ਪੁਰਖ ਪ੍ਰਮਾਤਮਾ ਸਰਬ ਕਲਾ ਸਮਰੱਥ ਹੈ। ਜੀਵ ਜੋ ਵੀ ਚਾਹੁੰਦੇ ਹਨ, ਮੰਗਦੇ ਹਨ, ਜੋ ਵੀ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ, ਮਨ ਮੰਗੀਆਂ ਦਾਤਾਂ ਬਖਸ਼ਦਾ ਹੈ। ਅਤੇ ਸਾਹਿਬ ਕਹਿੰਦੇ ਹਨ, ਹੇ ਭਾਈ, ਹੇ ਪਿਆਰਿਓ, ਜੋ ਅਕਾਲ ਪੁਰਖ ਪ੍ਰਮਾਤਮਾ ਤੁਹਾਨੂੰ ਮਨ ਭਾਉਂਦੀਆਂ ਦਾਤਾਂ ਦਿੰਦਾ ਹੈ, ਜੋ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਦਾ ਹੈ। ਮਨ ਇੱਛਾ ਦਾਨ ਕਰਨੰ, ਸਰਬਤਰ ਆਸਾ ਪੂਰਨ ਹੈ। ਜੋ ਸਾਰੇ ਦੁੱਖਾਂ ਕਲੇਸ਼ਾਂ ਪਾਪਾਂ ਦੇ ਨਾਸ ਕਰਨ ਵਾਲਾ ਹੈ, ਸਾਰੀਆਂ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਦਾ ਹੈ। ਪਰ ਮਨੁੱਖ ਕਹਿੰਦਾ ਹੈ ਕਿ ਇਹ ਮੈਂ ਆਪਣੀ ਮਿਹਨਤ ਨਾਲ ਕੀਤਾ ਹੈ ਅਤੇ ਇਹ ਮੇਰੀ ਮਿਹਨਤ ਹੈ। ਪਰ ਅਕਾਲ ਪੁਰਖ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ, ਆਪਣੇ ਆਪ ਨੂੰ, ਆਪਣੇ ਮਨ ਨੂੰ ਅੱਗੇ ਕਰ ਲੈਂਦਾ ਹੈ। ਜਦ ਕਿ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਹੈ, ਇਹ ਉਹਦੀਆਂ ਰਹਿਮਤਾਂ ਹਨ, ਉਹਦੀਆਂ ਬਖਸ਼ਿਸ਼ਾਂ ਹਨ, ਸਾਰੀਆਂ ਦਾਤਾਂ ਉਹਦੀਆਂ ਹਨ। ਦਾਤ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਅਕਾਲ ਪੁਰਖ ਪ੍ਰਮਾਤਮਾ ਦੇ ਹੱਥ ਵਿੱਚ ਸਾਰੀਆਂ ਦਾਤਾਂ ਹਨ, ਸਾਰੀਆਂ ਦਾਤਾਂ ਦਾ ਮਾਲਕ ਉਹ ਹੈ। ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ, ਹੇ ਭਾਈ, ਅਕਾਲ ਪੁਰਖ ਪ੍ਰਮਾਤਮਾ ਨੇ ਜਿਹਨੇ ਤੈਨੂੰ ਅਮੋਲਕ ਸੁੰਦਰ ਇਹ ਦਾਤਾਂ ਦਿੱਤੀਆਂ ਹਨ, ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ, ਸਿਮਰਨ ਕਰਿਆ ਕਰ, ਉਹਨੂੰ ਬੰਦਨਾ ਕਰਿਆ ਕਰ, ਨਮਸਕਾਰ ਕਰਿਆ ਕਰ। ਮਨ ਕਰਕੇ ਉਹਦੀ ਉਸਤਤ ਕਰਿਆ ਕਰ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਫਿਰ ਇਹ ਗੁਰੂ ਸਾਹਿਬ ਦੀ ਵਡਿਆਈ ਹੈ। ਸਤਿਗੁਰੂ ਜੀ ਆਪਣੇ ਮਨ ਨੂੰ ਕਹਿੰਦੇ ਹਨ, ਸੰਬੋਧਨ ਕਰਕੇ ਕਹਿੰਦੇ ਹਨ ਅਤੇ ਸਾਨੂੰ ਸਮਝਾਉਂਦੇ ਹਨ, ਹੇ ਮਨਾ, ਤੂੰ ਮਨ ਵਿੱਚ ਹੀ, ਆਪਣੇ ਅੰਦਰ ਹੀ ਅਕਾਲ ਪੁਰਖ ਪ੍ਰਮਾਤਮਾ ਦੀ ਉਸਤਤ ਕਰਦਾ ਰਿਹਾ ਕਰ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਤ ਵਿਵਹਾਰ ਹੁੰਦਾ ਸੱਚਾ ਵਿਵਹਾਰ। ਸਾਰਿਆਂ ਨਾਲ ਵਰਤਾਵਾ ਜਿਹੜਾ ਵਿਵਹਾਰ ਜਿਹੜਾ ਕਰਨਾ ਹੈ, ਮਿਲ ਵਰਤਨ ਜੋ ਹੈ, ਹਰ ਜਗ੍ਹਾ 'ਤੇ
ਤੂੰ ਸੱਚਾ ਵਿਵਹਾਰ ਰੱਖ, ਝੂਠਾ ਨਾ ਰੱਖੀ। ਅੰਦਰੋਂ ਕੁਛ ਹੋਰ, ਬਾਹਰੋਂ ਕੁਛ ਹੋਰ। ਜਿਵੇਂ ਤੀਸਰੇ ਪਾਤਸ਼ਾਹ ਜੀ ਕਹਿੰਦੇ ਹਨ, ਜੀਉ ਨਿਰਮਲ ਬਾਹਰੋਂ ਨਿਰਮਲ, ਤੇ ਜਿਹੜਾ ਜੀਉ ਮੈਲਾ ਹੈ ਬਾਹਰੋਂ ਹੀ ਨਿਰਮਲਪੁਣਾ ਦਿਖਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਪ੍ਰਵਾਨ ਨਹੀਂ। ਤੇ ਅੰਦਰੋਂ ਬਾਹਰੋਂ ਇੱਕੋ ਹੀ ਗੱਲ ਹੋਣੀ, ਇੱਕੋ ਵਿਚਾਰ ਹੋਣੀ ਚਾਹੀਦੀ ਹੈ। ਇਹ ਸੱਚਾ ਵਿਵਹਾਰ, ਇਹ ਸਤ ਵਿਵਹਾਰ ਹੈ। ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ। ਹੁਣ ਠਾਕੁਰ ਦਾ ਰੰਗ ਕਿਹੜਾ ਹੈ? ਸਤਿਗੁਰੂ ਜੀ ਕਹਿੰਦੇ ਹਨ, ਜਿੰਨੇ ਰੰਗ ਨਜ਼ਰ ਆਉਂਦੇ ਹਨ, ਜਿੰਨੇ ਵੀ ਚੋਜ ਤਮਾਸ਼ੇ, ਮਨੋਰੰਜਨ, ਕੁਦਰਤ, ਜੋ ਕੁਛ ਵੀ ਨਜ਼ਰ ਆਉਂਦਾ ਹੈ, ਜਿੰਨੇ ਰਸ ਭੋਗ ਹਨ, ਸਾਰੇ ਅਕਾਲ ਪੁਰਖ ਪਰਮਾਤਮਾ ਦੇ ਹੀ ਰੰਗ ਹਨ। ਨੈਨੋ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹ ਨਾਨਕ ਉਜਲ ਮਥਾ। ਇਸ ਤਰੀਕੇ ਦਾ ਵਿਵਹਾਰ ਕਰਨ ਦੇ ਨਾਲ, ਸੱਚ ਨਾਲ ਇਸ ਤਰੀਕੇ ਨਾਲ ਜੁੜੀਏ ਤਾਂ ਮਹਾਰਾਜ ਕਹਿੰਦੇ ਹਨ, ਅਕਾਲ ਪੁਰਖ ਪਰਮਾਤਮਾ ਦੇ ਘਰ ਸਾਰਿਆਂ ਨੇ ਜਾਣਾ ਹੈ, ਮੁੜ ਕੇ ਜਾਣਾ ਹੈ। ਇੱਥੋਂ ਵਿਵਹਾਰ ਕਰਕੇ ਜਾਣਾ, ਵਪਾਰ ਕਰਕੇ ਜਾਣਾ ਹੈ। ਸੱਚ ਦਾ ਵਪਾਰ ਕਰਕੇ ਜਾਈਏ ਤਾਂ ਉੱਥੇ ਮੁਖ ਉਜਲ ਹੋਵੇਗਾ। ਪੰਜਵੇਂ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ ਕਹਿੰਦੇ ਹਨ, ਸੱਚ ਵਪਾਰ ਕਰੋ ਵਪਾਰੀ, ਦਰਗਹ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇਂ ਜਾਏ। ਇੱਥੇ ਵੀ ਇਹ ਗੱਲ ਸਮਝਾਉਂਦੇ ਹਨ, ਖੰਡਨੰ ਕਲ ਕਲੇਸ਼ੈ ਪ੍ਰਭ ਸਿਮਰ ਨਾਨਕ, ਨਹਿ ਦੂਰਣੈ। ਹੇ ਮਨਾ, ਹੇ ਨਾਨਕ, ਕਿਤੇ ਤੂੰ ਇਹ ਗੱਲ ਨਾ ਇਉਂ ਨਾ ਸਮਝੀ ਕਿ ਅਕਾਲ ਪੁਰਖ ਪਰਮਾਤਮਾ ਤੇਥੋਂ ਦੂਰ ਹੈ। ਉਹ ਤੇਥੋਂ ਦੂਰ ਨਹੀਂ ਹੈ, ਉਹ ਤੇਰੇ ਅੰਗ ਸੰਗ ਹੈ, ਤੇਰੇ ਅੰਦਰ ਹੈ, ਬਾਹਰ ਹੈ, ਹਰੇਕ ਕਣ ਕਣ ਵਿੱਚ, ਸੈੱਲ ਸੈੱਲ ਵਿੱਚ ਸਮਾਇਆ ਹੋਇਆ ਹੈ। ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ, ਜਿਹੜਾ ਸਾਰੇ ਕਲਾ ਕਲੇਸ਼ ਦੂਰ ਕਰਦਾ, ਦੁੱਖ ਦੂਰ ਕਰਦਾ ਹੈ, ਸਾਨੂੰ ਚੰਗਾ ਜੀਵਨ ਬਖਸ਼ਦਾ ਹੈ। ਤੇ ਫਿਰ ਮਹਾਰਾਜ ਕਹਿੰਦੇ, ਹਬ ਰੰਗ ਮਾਣੈ ਜਿਸ ਸੰਗ ਤੈਸਿਓ ਲਾਈਐ ਨੇਹ। ਹੁਣ ਇੱਥੇ ਫਿਰ ਹੋਰ ਗੰਭੀਰਤਾ ਵਾਲੀ ਵਿਚਾਰ। ਮਹਾਰਾਜ ਕਹਿੰਦੇ, ਤੂੰ ਸਾਰੇ ਰੰਗ ਮਾਣ ਰਿਹਾ, ਇਸ ਸੰਸਾਰ ਦੇ ਵਿੱਚ ਸਾਰੇ ਸੁੱਖ ਭੋਗ ਰਿਹਾ ਹੈ। ਹੁਣ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਸਾਰੀ ਦੁਨੀਆ ਜੋ ਸੁੱਖ ਭੋਗ ਰਹੀ, ਅਸੀਂ ਵੀ ਉਹੀ ਭੋਗ ਰਹੇ ਹਾਂ। ਪਰ ਸਤਿਗੁਰੂ ਜੀ ਗੰਭੀਰਤਾ ਨਾਲ ਧਿਆਨ ਦਿਵਾਉਣਾ ਚਾਹੁੰਦੇ ਹਨ ਕਿ ਇਹ ਦਾਤਾਂ, ਇਹ ਰਸ ਭੋਗ ਜਿਹੜੇ ਉਹਨੇ ਸੁੱਖ ਬਖਸ਼ੇ ਹਨ, ਇਹ ਆਮ ਸੁੱਖ ਨਹੀਂ ਹਨ, ਜਿਨ੍ਹਾਂ ਨੂੰ ਅਸੀਂ ਸੁੱਖ ਮੰਨਦੇ ਹੀ ਨਹੀਂ। ਆਪਾਂ ਪਿੱਛੇ ਕਰੋਨਾ ਵਿੱਚ ਦੇਖਿਆ, ਇੱਕ ਸਾਹ ਦੀ ਕੀਮਤ ਕੀ ਸੀ, ਇਹ ਸਾਰਿਆਂ ਨੂੰ ਪਤਾ ਲੱਗਿਆ। ਇੱਕ ਸਾਹ ਜਿਹੜਾ ਆ, ਉਹ ਲੈਣ ਵਾਸਤੇ ਦੁਨੀਆ ਨੇ ਕੀ ਕੁਛ ਤਰਲੇ ਮਿੰਨਤਾਂ ਕੀਤੀਆਂ, ਕਿੱਦਾਂ ਆਕਸੀਜਨ ਦੇ ਸਿਲੰਡਰ ਲੱਭਦੇ ਸੀ। ਅਕਾਲ ਪੁਰਖ ਪਰਮਾਤਮਾ ਨੇ ਇਹ ਪੰਜ ਤੱਤ ਜਿਹੜੇ ਬਖਸ਼ੇ ਹਨ, ਇਹਨਾਂ ਤੱਤਾਂ ਦੇ ਸੁੱਖ ਬਖਸ਼ੇ ਹਨ। ਇਹ ਸਾਰੀਆਂ ਉਹਦੀਆਂ ਦਾਤਾਂ ਹਨ, ਇਹ ਅਮੋਲਕ ਦਾਤਾਂ ਹਨ। ਇਹ ਪੰਜ ਤੱਤ ਜਿਹੜੇ ਹਨ ਅਮੋਲਕ ਹਨ, ਜਿਨ੍ਹਾਂ ਦੇ ਰਾਹੀਂ ਔਰ ਜਿਹਦੇ ਕਰਕੇ ਅਸੀਂ, ਜਿਹੜਾ ਸਾਡਾ ਵਜੂਦ ਹੈ, ਇਹ ਪੰਜਾਂ ਤੱਤਾਂ ਦੇ ਨਾਲ ਹੀ ਮਹਾਰਾਜ ਨੇ ਖੜਾ ਕੀਤਾ ਹੈ। ਇਹ ਸਾਡਾ ਵਜੂਦ ਹੀ ਇਹ ਬਣਾਇਆ। ਇਹ ਜਿਹੜਾ ਸੁੱਖ ਹੈ, ਇਹ ਅਮੋਲਕ ਹੈ, ਇਹ ਕੋਈ ਬਣਾ ਨਹੀਂ ਸਕਦਾ, ਪੈਦਾ ਨਹੀਂ ਕਰ ਸਕਦਾ। ਹਬ ਰੰਗ ਮਾਣੈ ਜਿਸ ਸੰਗ ਤੈਸਿਓ ਲਾਈਐ ਨੇਹ। ਦੁਨਿਆਵੀ ਗੱਲ ਕਰੀਏ, ਮਹਾਰਾਜ ਕਹਿੰਦੇ ਹਨ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਇਹ ਅਸ਼ਟਪਦੀ ਪੂਰੀ ਪੜ੍ਹ ਕੇ ਦੇਖੀਏ ਤੇ ਸੱਚੇ ਪਾਤਸ਼ਾਹ ਜੀ ਇੱਕ ਇੱਕ ਗੱਲ ਚੇਤਾ ਕਰਾਉਂਦੇ ਹਨ ਵੀ ਤੇਰਾ ਜੀਵਨ ਜਿਹੜਾ ਤੈਨੂੰ ਧੀਆਂ ਪੁੱਤਰ ਪਰਿਵਾਰ ਦਿੱਤਾ ਹੈ, ਉਹਦਾ ਸ਼ੁਕਰਾਨਾ ਕਰ। ਜਿਹਦੀ ਕਿਰਪਾ ਨਾਲ ਤੈਨੂੰ ਇਹ ਘਰ-ਬਾਰ ਮਿਲਿਆ, ਭੋਜਨ ਕੱਪੜੇ ਆਦਿਕ ਸਾਰਾ ਕੁਛ ਜੀਵਨ ਸੁਖਾਲਾ ਹੋਇਆ, ਇਹ ਸਭ ਚੀਜ਼ਾਂ ਪ੍ਰਾਪਤ ਹੋਈਆਂ, ਉਹਦਾ ਸ਼ੁਕਰਾਨਾ ਕਰਿਆ ਕਰ।
ਹਬ ਰੰਗ ਮਾਣੈ ਜਿਸ ਸੰਗ ਤੈ ਸਿਓ ਲਾਈਐ ਨੇਹ, ਸੋ ਸੋਹ ਬਿੰਦ ਨਾ ਬਿਸਰੋ ਨਾਨਕ ਜਿਨ ਸੁੰਦਰ ਰਚਿਆ ਤੇ। ਮੁਕਦੀ ਗੱਲ ਮਹਾਰਾਜ ਕਹਿੰਦੇ ਹਨ, ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਤੇਰਾ ਇਹ ਸੋਹਣਾ ਸਰੀਰ ਬਣਾਇਆ, ਇਸ ਸੰਸਾਰ ਨੂੰ ਦੇਖਣ ਦਾ ਸਮਾਂ ਬਖਸ਼ਿਆ ਹੈ, ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ, ਬਿਲਕੁਲ ਨਹੀਂ ਭੁੱਲਣਾ ਚਾਹੀਦਾ। ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ। ਸਿਆਣੇ ਕਹਿੰਦੇ, ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ। ਕਿ ਜੇ ਕੁਛ ਅਮੋਲਕ ਚੀਜ਼ ਹੈ ਤਾਂ ਇਹ ਇਸੇ ਕਰਕੇ ਇਹ ਕਹਾਵਤਾਂ ਬਣੀਆਂ। ਅਕਾਲ ਪੁਰਖ ਪ੍ਰਮਾਤਮਾ ਨੇ ਇਹ ਸਾਰੀਆਂ ਦਾਤਾਂ ਅਮੋਲਕ ਦਾਤਾਂ ਬਖਸ਼ੀਆਂ ਹਨ। ਪੌਣ ਪਾਣੀ ਬੈ ਸੰਤਰੇ, ਸਾਰਾ ਕੁਛ ਜੋ ਬਖਸ਼ਿਆ ਅਮੋਲਕ ਹੈ। ਸਤਿਗੁਰੂ ਜੀ ਕਹਿੰਦੇ ਹਨ, ਹੇ ਮਨਾ ਤੂੰ ਕਿਵੇਂ ਅਵੇਸਲਾ ਹੋ ਸਕਦਾ ਹੈ, ਤੂੰ ਉਹਦਾ ਸ਼ੁਕਰਾਨਾ ਕਰਨਾ ਕਿਵੇਂ ਭੁੱਲ ਸਕਦਾ। ਪੌੜੀ ਜੀਓ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ। ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਇਹ ਸਰੀਰ ਦਿੱਤਾ, ਇਹ ਪ੍ਰਾਣ ਦਿੱਤੇ, ਇਹ ਪ੍ਰਾਣ ਸਰੀਰ ਵਿੱਚ ਟਿਕਾਏ ਹਨ। ਇਹ ਕੀ ਹੈ ਪ੍ਰਾਣ ਜਿਹੜੇ ਹਨ? ਪ੍ਰਾਣ ਵਾਯੂ ਵੀ ਕਹਿੰਦੇ ਹਨ। ਔਰ ਕਹਿੰਦੇ ਹਨ ਵੀ ਨਾਰਮਲੀ ਇਹ ਸਾਹ, ਇਹ ਪ੍ਰਾਣ ਜਿਹੜੇ ਹਨ 6 ਉਂਗਲਾਂ ਤੱਕ ਇਹ ਸਾਹ ਬਾਹਰ ਆਉਂਦਾ ਹੈ, ਫਿਰ ਅੰਦਰ ਜਾਂਦਾ ਹੈ। ਇਹ ਥੋੜ੍ਹੀ ਜਿਹੀ ਹਵਾ, ਥੋੜ੍ਹੇ ਜਿਹੇ ਪ੍ਰਾਣ ਜਿਹੜੇ ਹਨ, ਸਵਾਸ ਜਿਹੜੇ ਹਨ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਇਹਨਾਂ 'ਤੇ ਸਾਰਾ ਜੀਵਨ ਟਿਕਿਆ। ਮਹਾਰਾਜ ਕਹਿੰਦੇ, ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੁਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾਂ ਕੇ ਜੀ ਪ੍ਰਾਣਾ। ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਤੁਰੇ ਫਿਰਦੇ ਹਾਂ, ਉਹਦੀਆਂ ਬਖਸ਼ਿਸ਼ਾਂ ਹਨ, ਉਹਦੀਆਂ ਦਾਤਾਂ ਹਨ। ਜੀਓ ਪ੍ਰਾਣ ਤਨ ਧਨ ਦੀਆ, ਇਹ ਤਨ ਸੁੰਦਰ ਤਨ ਬਣਾਇਆ, ਸਰੀਰ ਬਣਾਇਆ, ਜਿਹਨੇ ਧਨ ਪਦਾਰਥ ਬਖਸ਼ੇ ਹਨ। ਦੀਨੇ ਰਸ ਭੋਗ, ਸੰਸਾਰ ਦੇ ਸਾਰੇ ਸੁੱਖ ਦਿੱਤੇ ਹਨ, ਸਾਰੇ ਸਵਾਦਲੇ ਪਦਾਰਥ ਦਿੱਤੇ ਹਨ, ਰਸ ਭੋਗ ਸਾਰੇ ਬਖਸ਼ੇ ਹਨ। ਗ੍ਰਹਿ ਮੰਦਰ ਰਸ ਰਥ ਅਸ ਦੀਏ, ਫਿਰ ਕਹਿੰਦੇ ਹਨ ਘਰ-ਬਾਰ ਬਖਸ਼ਿਆ। ਗ੍ਰਹਿ ਮੰਦਰ ਭਾਵ ਘਰ-ਬਾਰ। ਰਥ ਕਹਿੰਦੇ ਉਸ ਵੇਲੇ ਜਦੋਂ ਪੁਰਾਣੇ ਜ਼ਮਾਨੇ 'ਚ ਰਥ ਚੱਲਦੇ ਸੀ ਅਤੇ ਉਹ ਸਾਰਿਆਂ ਤੋਂ ਸ੍ਰੇਸ਼ਟ ਸਵਾਰੀ ਮੰਨੀ ਜਾਂਦੀ ਸੀ। ਅਤੇ ਹੁਣ ਦੇ ਟਾਈਮ 'ਤੇ ਗੱਡੀਆਂ, ਜਹਾਜ਼, ਸਾਰਾ ਕੁਛ ਹੈ। ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ। ਮਹਾਰਾਜ ਨੇ ਐਸੇ ਭਲੇ ਚੰਗੇ ਸੰਜੋਗ ਬਣਾ ਦਿੱਤੇ ਜੀਵਨ ਵਿੱਚ, ਇਹ ਸਾਰਾ ਕੁਛ, ਸਾਰੇ ਸੁੱਖ ਦਿੱਤੇ ਹਨ। ਸੁਤ ਬੰਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ। ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਨੂੰ ਹੇ ਮਨਾ ਤੂੰ ਕਿਵੇਂ ਵਿਸਾਰ ਸਕਦਾ ਹੈ, ਕਿਵੇਂ ਭੁੱਲ ਸਕਦਾ ਹੈ, ਕਿਉਂ ਭੁੱਲ ਗਿਆ ਹੈ। ਜਿਹਨੇ ਸੁਤ ਕਹਿੰਦੇ ਪੁੱਤਰ ਨੂੰ, ਬੰਤਾ ਕਹਿੰਦੇ ਹਨ ਇਸਤਰੀ ਨੂੰ, ਜਿਹਨੇ ਇਸਤਰੀ, ਬੱਚੇ, ਸਾਜਨ ਭਾਵ ਮਿੱਤਰ ਸੱਜਣ, ਸੇਵਕ ਨੌਕਰ ਚਾਕਰ, ਇਹ ਸਾਰੇ ਦਿੱਤੇ ਹਨ, ਤੇਰੀ ਸੇਵਾ ਵਿੱਚ ਲੱਗੇ ਹਨ। ਨੌਕਰ ਚਾਕਰ ਹਨ, ਸੱਜਣ ਮਿੱਤਰ ਦਿੱਤੇ, ਧੀਆਂ ਪੁੱਤਰ ਦਿੱਤੇ। ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਹੇ ਮਨਾ ਤੂੰ ਉਹਨੂੰ ਕਿਉਂ ਵਿਸਾਰਦਾ। ਪ੍ਰਭ ਦੇਵਨ ਜੋਗ, ਅਕਾਲ ਪੁਰਖ ਪ੍ਰਮਾਤਮਾ ਹੀ ਇਹਨਾਂ ਹੀ ਸਾਰੀਆਂ ਦਾਤਾਂ ਦਾ ਮਾਲਕ ਹੈ। ਉਹਦੇ ਕੋਲ ਹੀ ਇਹ ਸਮਰੱਥਾ ਹੈ, ਉਹ ਸਰਬ ਕਲਾ ਸਮਰੱਥ ਹੈ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਏ ਵਿਜੋਗ। ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਤਨ ਅਤੇ ਮਨ ਦੋਵੇਂ ਨਰੋਏ ਹੋ ਜਾਂਦੇ ਹਨ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਚੂਕੈ ਜਮ ਕੀ ਫੰਦਾ। ਸੱਚੇ ਪਾਤਸ਼ਾਹ ਜੀ ਨਾਮ ਦੀ ਦਾਤ ਬਖਸ਼ਦੇ ਹਨ। ਕਹਿੰਦੇ ਨਾਮ ਨਾਲ ਜੁੜਿਆ ਇਹ ਮਨ ਵੀ ਹਰਿਆ ਭਰਿਆ ਹੋ ਜਾਂਦਾ ਹੈ। ਭਾਵ ਜਿਹੜਾ ਮਨ ਭਟਕਣਾ ਦੇ ਵਿੱਚ ਰਹਿੰਦਾ, ਇਹਦੀ ਭਟਕਣਾ ਮੁੱਕ ਜਾਂਦੀ ਹੈ, ਸ਼ਾਂਤ ਹੋ ਜਾਂਦਾ, ਇਹ ਟਿਕ ਜਾਂਦਾ ਹੈ। ਮਨ ਨੂੰ ਸਬਰ, ਸੰਤੋਖ, ਸ਼ਾਂਤੀ ਆ ਜਾਂਦੀ ਹੈ ਅਤੇ ਤਨ ਵੀ ਰੋਗੀ ਨਹੀਂ ਰਹਿੰਦਾ, ਤਨ ਵੀ ਜਿਹੜਾ ਨਰੋਆ ਹੋ ਜਾਂਦਾ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ। ਸੰਜੋਗ ਤੇ ਵਿਜੋਗ ਇਹ ਦੋ ਹੀ ਚੀਜ਼ਾਂ ਹਨ। ਵਿਜੋਗ ਹੁੰਦਾ ਵਿਛੋੜਾ, ਤੇ ਮਹਾਰਾਜ ਕਹਿੰਦੇ ਹਨ ਵੀ ਸਾਰੇ ਝੋਰੇ ਮੁੱਕ ਜਾਂਦੇ ਹਨ, ਸਾਰੇ ਵਿਛੋੜੇ ਲੈ ਜਾਂਦੇ ਹਨ। ਅਕਾਲ ਪੁਰਖ ਪ੍ਰਮਾਤਮਾ ਦੇ ਨਾਲੋਂ ਜਿਹੜਾ ਵਿਛੋੜਾ ਪਿਆ ਇਹ ਵੀ ਮੁੱਕ ਜਾਂਦਾ ਹੈ। ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰਨ ਕਰਦਿਆਂ, ਉਹਨੂੰ ਨਮਸਕਾਰ ਕਰਦਿਆਂ ਕਰਦਿਆਂ। ਸਾਧ ਸੰਗ ਹਰ ਗੁਣ ਰਮਹੁ ਬਿਨਸੈ ਸਭ ਰੋਗ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨੁੱਖ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਦੇ ਹਨ, ਜਿਹੜੇ ਸਾਧ ਸੰਗਤ ਵਿੱਚ ਆਉਂਦੇ ਹਨ, ਉਹ ਸ਼ਲਾਘਾਯੋਗ ਹਨ, ਉਹ ਧਰਮੀ ਹਨ। ਅਸਲ ਧਰਮ ਇਹੀ ਹੈ। ਚੌਪਈ ਸਾਹਿਬ ਸੁਖਮਨੀ ਸਾਹਿਬ ਜੀ ਦੇ ਅੰਦਰ ਬਚਨ ਕਰਦੇ ਹਨ, ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਧਰਮਾਂ ਦੇ ਵਿੱਚੋਂ ਜੇ ਪੁੱਛੀਏ ਵੀ ਸਾਰਿਆਂ ਤੋਂ ਚੰਗਾ ਧਰਮ ਕਿਹੜਾ, ਤਾਂ ਮਹਾਰਾਜ ਨੇ ਜਵਾਬ ਦਿੱਤਾ ਹੈ ਸੁਖਮਨੀ ਸਾਹਿਬ ਦੇ ਵਿੱਚ। ਕਹਿੰਦੇ ਸਭ ਤੋਂ ਵੱਡਾ ਧਰਮ ਕਮਾਉਣਾ ਕੀ ਹੈ? ਸਾਰਿਆਂ ਤੋਂ ਵੱਡੀ ਗੱਲ ਹੈ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਣਾ, ਸਿਮਰਨ ਕਰਨਾ, ਉਹਨੂੰ ਨਮਸਕਾਰ ਕਰਨੀ। ਸਰਵ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਸਾਰਿਆਂ ਤੋਂ ਉੱਚਾ ਸੁੱਚਾ ਕੰਮ ਹੈ। ਤੇ ਮਹਾਰਾਜ ਇੰਨੀ ਡਿਟੇਲ ਦੇ ਨਾਲ ਸਾਰੀਆਂ ਗੱਲਾਂ ਕਹਿ ਕੇ ਸਭ ਕੁਝ ਚੇਤਾ ਕਰਾ ਕੇ ਸਮਝਾਉਂਦੇ ਹਨ ਕਿ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਕਰਨਾ ਹੈ, ਉਹਨੂੰ ਸਿਮਰਨਾ ਹੈ, ਉਹਦਾ ਸਿਮਰਨ ਕਰਨਾ ਹੈ। ਉਹਦਾ ਸਿਮਰਨ ਕਰਨ ਵਾਸਤੇ ਵਿਸ਼ੇਸ਼ ਤੌਰ 'ਤੇ ਸਿਮਰਨਾ ਫੜਨ ਦੀ ਲੋੜ ਨਹੀਂ ਹੈ। ਸਵਾਸ ਚੱਲਦੇ ਹਨ, ਬਸ ਹਰੇਕ ਸਵਾਸ ਦੇ ਨਾਲ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜੋੜ ਦਈਏ ਅਤੇ ਸਿਮਰਨ ਹੁੰਦਾ ਰਹਿੰਦਾ। ਸੱਚ ਜਾਣਿਓ ਐਸੀ ਇਹ ਐਸੀ ਵਿਧ ਬਣਦੀ ਹੈ ਕਿ ਜਿਹੜੇ ਸਿਮਰਨ ਕਰਦੇ ਹਨ ਉਹਨਾਂ ਦੇ ਸੁੱਤਿਆਂ ਪਿਆ ਵੀ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲਦਾ ਹੈ। ਸੁੱਤਿਆਂ ਪਿਆ ਵੀ ਉਹਨਾਂ ਦੇ ਮੂੰਹ 'ਚੋਂ ਜੇ ਕੋਈ ਆਵਾਜ਼ ਨਿਕਲਦੀ ਹੈ ਤਾਂ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਵਿੱਚ ਨਿਕਲਦੀ ਹੈ। ਅਤੇ ਕਬੀਰ ਸਾਹਿਬ ਜੀ ਕਹਿੰਦੇ ਹਨ, ਕਬੀਰ ਸੁਪਨੇ ਹੂੰ ਬਰੜਾਏ ਕੇ ਜਿਹ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਾਹਨੀ ਮੇਰੇ ਤਨ ਕੋ ਚਾਮ। ਕਹਿੰਦੇ ਵੀ ਮੈਂ ਉਹਨਾਂ ਦੀ ਸੇਵਾ ਵਿੱਚ ਆਪਣਾ ਸਰੀਰ ਕੁਰਬਾਨ ਕਰ ਦੇਵਾਂ, ਮੇਰੇ ਤਨ ਦੀਆਂ ਜੁੱਤੀਆਂ ਪਾ ਕੇ ਉਹਨਾਂ ਨੂੰ ਬਣਾ ਕੇ ਉਹਨਾਂ ਨੂੰ ਪਾ ਦਿੱਤੀਆਂ ਜਾਣ, ਭਾਵ ਮੈਂ ਉਹਨਾਂ ਦੇ ਚਰਨਾਂ 'ਤੇ ਟਹਿ ਪਵਾਂ। ਇੰਨੀ ਵੱਡੀ ਵਡਿਆਈ ਦਿੰਦੇ ਹਨ। ਤੇ ਜੇ ਸੁੱਤਿਆਂ ਨਾਮ ਕੋਈ ਜਪ ਸਕਦਾ ਹੈ ਤੇ ਤਾਂ ਹੀ ਜਪ ਸਕਦਾ ਜੇ ਜਾਗਦਿਆਂ ਜਪਦਾ ਹੈ, ਜੇ ਜਾਗਦਿਆਂ ਸਿਮਰਨ ਕਰਦਾ, ਜਾਗਦਿਆਂ ਉਸਦੀ ਵਡਿਆਈ ਕਰਦਾ, ਸੁੱਤਿਆਂ ਵੀ ਤਾਂ ਹੀ। ਆਪਾਂ ਬੱਚਿਆਂ ਨੂੰ ਕਈ ਵਾਰ ਕਹਿੰਦੇ ਹਾਂ ਜਾਂ ਦੇਖਦੇ ਹਾਂ ਵੀ ਸਾਰਾ ਦਿਨ ਤੁਸੀਂ ਖੇਡਦੇ ਹੋ, ਜੋ ਕੁਛ ਖੇਡਦੇ ਬੋਲਦੇ ਹੋ ਉਹੀ ਸੁੱਤਿਆਂ ਪਿਆਂ ਬੋਲੀ ਜਾਂਦੇ। ਉਹ ਰੂਟੀਨ ਸੁਭਾਅ ਬਣ ਜਾਂਦਾ ਉਹੋ ਜਿਹਾ। ਸੱਚੇ ਪਾਤਸ਼ਾਹ ਵੀ ਸਮਝਾਉਂਦੇ ਹਨ, ਸਾਧ ਸੰਗ ਹਰ ਗੁਣ ਰਮਹੁ। ਸਾਧ ਸੰਗਤ ਵਿੱਚ ਆ ਕੇ ਅਕਾਲ ਪੁਰਖ ਪ੍ਰਮਾਤਮਾ ਦੀਆਂ ਵਡਿਆਈਆਂ ਗਾ ਕੇ ਸੁਣ ਕੇ ਉਹਨਾਂ ਦੇ ਵਿੱਚ ਸਾਡਾ ਮਨ ਰਮ ਜਾਵੇ ਤਾਂ ਫਿਰ ਸਾਡੇ ਸਾਰੇ ਦੁੱਖ ਦੂਰ ਹੁੰਦੇ ਹਨ। ਬਿਨਸੇ ਸਭ ਰੋਗ, ਸਾਰੇ ਮਨ ਦੇ ਅਤੇ ਤਨ ਦੇ ਰੋਗ ਦੂਰ ਹੁੰਦੇ ਹਨ। ਸੱਚੇ ਪਾਤਸ਼ਾਹ ਜੀ ਇਸ ਤਰੀਕੇ ਨਾਲ ਸਾਨੂੰ ਸਮਝਾਉਣਾ ਕਰਦੇ ਹਨ। ਜੈ ਸ੍ਰੀ ਕੀ ਵਾਰ ਦੇ ਰਾਹੀਂ ਇਹ ਤੀਸਰਾ ਸ਼ਬਦ ਸੰਪੂਰਨ ਹੋਇਆ ਹੈ। ਚੌਥੇ ਸ਼ਬਦ ਦੀ ਵਿਚਾਰ ਜਿਹੜੀ ਹੈ ਅਗਲੇ ਹਫ਼ਤਾਵਾਰੀ ਦੀਵਾਨ ਵਿੱਚ ਫਿਰ ਆਪ ਜੀ ਨਾਲ ਸਾਂਝੀ ਕਰਾਂਗੇ। ਸੱਚੇ ਪਾਤਸ਼ਾਹ ਜੀ ਰਹਿਮਤ ਕਰਕੇ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗਾਵਿਆ ਸੁਣਿਆ ਸਾਰਿਆਂ ਦਾ ਥਾਂ ਪਾਉਣ ਅਤੇ ਆਪਣੇ ਦਰੋਂ ਘਰੋਂ ਸਾਰਿਆਂ ਨੂੰ ਨਾਮ ਦੀ ਦਾਤ ਨਾਲ ਨਵਾਜਣ, ਖੁਸ਼ੀਆਂ ਬਖਸ਼ਣ, ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰਨ, ਚਰਨਾਂ ਨਾਲ ਜੋੜ ਕੇ ਰੱਖਣ, ਅੰਗ ਸੰਗ ਸਹਾਈ ਹੋਣ। ਜੇ ਉਹਨੂੰ ਚੇਤੇ ਕਰਦੇ ਰਹਾਂਗੇ ਤਾਂ ਅਕਾਲ ਪੁਰਖ ਪ੍ਰਮਾਤਮਾ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ, ਉਹ ਪੂਰਨ ਤੌਰ 'ਤੇ ਪੈਜ ਰੱਖਦਾ ਹੈ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਇਹ ਬਚਨ ਕਹੇ ਮਹਾਰਾਜ ਨੇ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ। ਘਟ ਘਟ ਵਿੱਚ ਉਹ ਹਰੇਕ ਜਗ੍ਹਾ 'ਤੇ ਹਰੇਕ ਘਟ ਘਟ ਕਹਿੰਦੇ ਸਰੀਰ ਨੂੰ ਜਾਂ ਥਾਂ ਨੂੰ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਨੌਵੇਂ ਪਾਤਸ਼ਾਹ ਜੀ ਵੀ ਕਹਿੰਦੇ ਹਨ
ਫਿਰ ਮਹਾਰਾਜ ਕਹਿੰਦੇ ਸਗਲ ਬਨਸਪਤ ਮੈਂ ਬੈਸੰਤਰ, ਅਕਾਲ ਪੁਰਖ ਪ੍ਰਮਾਤਮਾ ਕਿੱਦਾਂ ਹਰੇਕ ਜਗ੍ਹਾ ਤੇ ਮੌਜੂਦ ਹੈ। ਸਗਲ ਬਨਸਪਤ ਮੈਂ ਬੈਸੰਤਰ, ਬੈਸੰਤਰ ਕਹਿੰਦੇ ਅੱਗ ਨੂੰ। ਗੁਰੂ ਸਾਹਿਬ ਕਹਿੰਦੇ ਨੇ ਵੀ ਸਾਰੀਆਂ ਲੱਕੜੀਆਂ ਦੇ ਵਿੱਚ, ਸਾਰੀ ਬਨਸਪਤੀ ਦੇ ਵਿੱਚ ਅੱਗ ਸਮਾਈ ਹੋਈ ਹੈ, ਉਹਨਾਂ ਦੇ ਅੰਦਰ ਅੱਗ ਹੈ। ਸਗਲ ਦੂਧ ਮੈਂ ਕੀਆ, ਸਾਰੇ ਦੁੱਧ ਦੇ ਵਿੱਚ ਘਿਓ ਮੌਜੂਦ ਹੁੰਦਾ ਹੈ, ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਬਨਸਪਤੀ ਦੇ ਵਿੱਚ ਅੱਗ ਨਜ਼ਰ ਨਹੀਂ ਆਉਂਦੀ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਹਰੇਕ ਜਗ੍ਹਾ ਤੇ ਅਕਾਲ ਪੁਰਖ ਪ੍ਰਮਾਤਮਾ ਦੀ ਮੌਜੂਦਗੀ ਹੈ। ਅਕਾਲ ਪੁਰਖ ਪ੍ਰਮਾਤਮਾ ਸਾਰੇ ਸਰੀਰਾਂ ਦੇ ਵਿੱਚ, ਸਭ ਦੇ ਅੰਦਰ ਮੌਜੂਦ ਹੈ। ਚਾਹੇ ਉਹ ਸਰੀਰ ਮਨੁੱਖ ਦਾ ਹੈ, ਚਾਹੇ ਪਸ਼ੂ ਪੰਛੀ ਕੀੜੇ ਮਕੌੜੇ ਜੋ ਵੀ ਹਨ, ਸਾਰਿਆਂ ਦੇ ਅੰਦਰ ਔਰ ਹਰੇਕ ਜਗ੍ਹਾ ਤੇ ਜਹ ਜਹ ਪੇਖੋਂ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਕਨੀਐ, ਮਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਐ। ਮਹਾਰਾਜ ਕਹਿੰਦੇ ਇਹ ਸੰਸਾਰਕ ਸੁੱਖ ਜਿਹੜੇ ਹਨ ਇਹ ਤਾਂ ਥੋੜ੍ਹੇ ਟਾਈਮ ਵਾਸਤੇ ਹਨ, ਪਰ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ, ਸੱਚਾ ਸੁੱਖ ਐਸਾ ਸੁੱਖ ਹੈ ਜਿਹੜਾ ਹਰ ਵੇਲੇ ਸਰੀਰ ਦੇ ਹੁੰਦਿਆਂ ਵੀ ਔਰ ਸਰੀਰ ਤੋਂ ਬਾਅਦ ਵੀ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਇਹ ਨਾਲ ਰਹਿੰਦਾ ਹੈ, ਜੀਵ ਦਾ ਸਹਾਈ ਹੁੰਦਾ ਹੈ, ਜੀਵਨ ਸਫਲਾ ਹੁੰਦਾ ਹੈ। ਸਤਿਗੁਰੂ ਜੀ ਰਹਿਮਤ ਕਰਨ। ਆਓ ਸਾਰੇ ਰਲ ਮਿਲ ਕੇ ਚੌਪਈ ਸਾਹਿਬ ਦਾ ਪਾਠ, ਆਨੰਦ ਸਾਹਿਬ ਦਾ ਪਾਠ ਕਰਕੇ ਉਪਰੰਤ ਸਮਾਪਤੀ ਕਰਾਂਗੇ ਤੇ ਨਾਲ 2 ਮਿੰਟ ਵਾਸਤੇ ਆਪਾਂ ਸਿਮਰਨ ਕਰ ਲਈਏ। ਸਿਮਰਨ ਵੀ ਕਰਨਾ ਹੈ। ਹਫ਼ਤਾਵਾਰੀ ਦੀਵਾਨ ਵਿੱਚ ਸਾਰੀ ਸੰਗਤ ਜੁੜ ਬੈਠੀ ਹੁੰਦੀ ਹੈ। ਹੁਕਮ ਹੋਇਆ ਕਿ ਸਿਮਰਨ ਜ਼ਰੂਰ ਕਰਾਇਆ ਜਾਵੇ। ਸਾਰੇ ਰਲ ਮਿਲ ਕੇ ਜਦੋਂ ਸਿਮਰਨ ਕਰਾਂਗੇ ਤੇ ਸਤਿਗੁਰੂ ਜੀ ਦੀ ਵਡਿਆਈ ਵਿਸ਼ੇਸ਼ ਬਖਸ਼ਿਸ਼ ਦੇ ਪਾਤਰ ਬਣਾਂਗੇ। ਆਓ ਪਿਆਰ ਸਹਿਤ ਵਾਸਤੇ ਨਾਲ 2 ਮਿੰਟ ਵਾਸਤੇ ਸਿਮਰਨ ਕਰੀਏ ਜੀ।